ਦੋਸਤੋ, ਇਹ ਕਹਾਣੀ ਇਨਸਾਨ ਦੇ ਚੰਗੇ ਮਾੜੇ ਕਰਮਾਂ ਨੂੰ ਦਰਸਾਉਂਦੀ ਹੈ। ਜੇਕਰ ਅਸੀਂ ਸਾਫ਼ ਨੀਅਤ ਦੇ ਨਾਲ ਦਾਨ ਕਰਦੇ ਹਾਂ, ਮਜ਼ਲੂਮਾਂ ਦੀ ਮਦਦ ਕਰਦੇ ਹਾਂ, ਤਾਂ ਸਾਡੀ ਜ਼ਿੰਦਗੀ ਤੇ ਉਸ ਦਾ ਕੀ ਪ੍ਰਭਾਵ ਪੈਂਦਾ ਹੈ। ਤੇ ਜੇਕਰ ਅਸੀਂ ਸਵਾਰਥੀ ਬਣ ਜਾਂਦੇ ਹਾਂ, ਦਾਨ ਪੁੰਨ ਕਰਨ ਤੋਂ ਹੱਥ ਪਿੱਛੇ ਖਿੱਚ ਲੈਂਦੇ ਹਾਂ, ਤਾਂ ਉਸ ਦਾ ਸਿੱਟਾ ਕੀ ਨਿਕਲਦਾ ਹੈ। ਇਹ ਕਹਾਣੀ ਇਸ ਤੇ ਆਧਾਰਿਤ ਹੈ। ਤੁਸੀਂ ਇਸ ਕਹਾਣੀ ਨੂੰ ਪੂਰਾ ਸੁਣੋ। ਕਹਾਣੀ ਦੇ ਐਂਡ ਵਿੱਚ ਤੁਹਾਨੂੰ ਇੱਕ ਸਟਰੋਂਗ ਮੈਸੇਜ ਵੀ ਜ਼ਰੂਰ ਮਿਲੇਗਾ। ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਗਰੀਬ ਪੰਡਤ ਰਹਿੰਦਾ ਸੀ। ਉਹ ਇੰਨਾ ਜ਼ਿਆਦਾ ਗਰੀਬ ਸੀ ਕਿ 3-4 ਪਿੰਡਾਂ ਵਿੱਚੋਂ ਭਿਕਸ਼ਾ ਮੰਗ ਕੇ ਵੀ ਉਸ ਦੀ ਪੂਰੀ ਨਹੀਂ ਪੈਂਦੀ ਸੀ। ਉਸ ਦੀ ਇੱਕ ਬੇਟੀ ਸੀ ਜੋ ਬਹੁਤ ਜ਼ਿਆਦਾ ਬੁੱਧੀਮਾਨ ਸੀ। ਉਸਨੇ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ, ਇਸ ਤਰ੍ਹਾਂ ਤਾਂ ਸਾਡੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੋਵੇਗਾ। ਤੁਸੀਂ ਇਸ ਤਰ੍ਹਾਂ ਕਰੋ, ਰਾਜੇ ਦੇ ਕੋਲ ਜਾਓ ਤੇ ਰਾਜੇ ਨੂੰ ਜਾ ਕੇ ਕਹੋ ਕਿ ਇਸ ਹੱਥ ਦੇ ਤੇ ਇਸ ਹੱਥ ਲੈ। ਇਸ ਤਰ੍ਹਾਂ ਕਹਿਣ ਤੋਂ ਬਾਅਦ ਰਾਜਾ ਤੁਹਾਨੂੰ ਜੋ ਕੁਝ ਵੀ ਦੇਵੇ ਉਸ ਨੂੰ ਲੈ ਕੇ ਘਰ ਆ ਜਾਇਓ। ਉਸ ਰਾਜ ਦਾ ਰਾਜਾ ਬਹੁਤ ਜ਼ਿਆਦਾ ਦਿਆਲੂ ਸੀ ਤੇ ਗਰੀਬਾਂ ਤੇ ਮਜ਼ਲੂਮਾਂ ਦੀ ਬਹੁਤ ਮਦਦ ਕਰਦਾ ਸੀ ਤੇ ਉਹ ਪਰਮਾਤਮਾ ਨੂੰ ਬਹੁਤ ਮੰਨਦਾ ਸੀ ਤੇ ਉਹ ਇੱਕ ਨਿਆਂਪ੍ਰਿਯ ਰਾਜਾ ਸੀ। ਪੰਡਤ ਨੇ ਬੇਟੀ ਦੇ ਕਹੇ ਅਨੁਸਾਰ ਰਾਜਾ ਦੇ ਕੋਲ ਜਾਣ ਦਾ ਨਿਯਮ ਬਣਾ ਲਿਆ। ਉਹ ਰਾਜੇ ਦੇ ਕੋਲ ਜਾ ਕੇ ਕਹਿੰਦਾ, ਇਸ ਹੱਥ ਦੇ ਤੇ ਇਸ ਹੱਥ ਲੈ। ਰਾਜਾ ਉਸ ਨੂੰ ਕਦੇ 100 ਕਦੇ 200 ਰੁਪਏ ਰੋਜ਼ਾਨਾ ਦੀ ਤਰ੍ਹਾਂ ਦੇ ਦਿੰਦਾ। ਇਹ ਦੇਖ ਕੇ ਪਿੰਡ ਦੇ ਦੂਜੇ ਪੰਡਤ ਉਸ ਪੰਡਤ ਤੋਂ ਈਰਖਾ ਕਰਨ ਲੱਗੇ। ਉਹ ਸੋਚਦੇ ਕਿ ਅਸੀਂ ਦਿਨ ਭਰ ਕੰਮ ਕਰਦੇ ਹਾਂ ਤੇ ਸਾਨੂੰ ਕਿੰਨਾ ਘੱਟ ਪੈਸਾ ਮਿਲਦਾ ਹੈ ਤੇ ਰੋਜ਼ਾਨਾ ਰਾਜਾ ਇਸ ਪੰਡਤ ਨੂੰ ਕਿੰਨੇ ਪੈਸੇ ਇਨਾਮ ਦੇ ਵਿੱਚ ਹੀ ਦੇ ਦਿੰਦਾ ਹੈ। ਉਹ ਸਾਰੇ ਇੱਕ ਦਿਨ ਇਕੱਠੇ ਹੋ ਕੇ ਰਾਜੇ ਦੇ ਕੋਲ ਗਏ ਤੇ ਕਹਿਣ ਲੱਗੇ ਕਿ ਤੁਸੀਂ ਰੋਜ਼ਾਨਾ ਉਸ ਪੰਡਤ ਨੂੰ ਇੰਨੇ ਪੈਸੇ ਦੇ ਦਿੰਦੇ ਹੋ, ਇੱਕ ਵਾਰ ਉਸ ਤੋਂ ਇਹ ਤਾਂ ਪੁੱਛੋ ਕਿ ਇਸ ਹੱਥ ਦੇ ਤੇ ਇਸ ਹੱਥ ਲੈ ਦਾ ਮਤਲਬ ਕੀ ਹੈ। ਦੂਜੇ ਦਿਨ ਰਾਜੇ ਨੇ ਦਾਨ ਦਿੰਦੇ ਸਮੇਂ ਉਸ ਨੂੰ ਪੁੱਛ ਹੀ ਲਿਆ ਕਿ ਤੂੰ ਰੋਜ਼ਾਨਾ ਇਸ ਹੱਥ ਦੇ ਤੇ ਇਸ ਹੱਥ ਲੈ ਕਹਿਣਾ ਹੈ, ਇਸ ਦਾ ਮਤਲਬ ਕੀ ਹੈ। ਗਰੀਬ ਪੰਡਤ ਭੋਲਾ ਸੀ, ਉਸ ਨੂੰ ਕੋਈ ਵੀ ਜਵਾਬ ਨਾ ਆਇਆ। ਉਹ ਰਾਜੇ ਦੇ ਸਾਹਮਣੇ ਚੁੱਪਚਾਪ ਖੜਾ ਰਿਹਾ। ਉਸਨੇ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਫਿਰ ਚੁੱਪਚਾਪ ਘਰ ਵਾਪਸ ਆ ਗਿਆ। ਉਸ ਨੂੰ ਉਦਾਸ ਦੇਖ ਕੇ ਉਸ ਦੀ ਬੇਟੀ ਨੇ ਪੁੱਛਿਆ, ਕੀ ਹੋਇਆ ਪਿਤਾ ਜੀ? ਤਾਂ ਪੰਡਤ ਨੇ ਕਿਹਾ, ਦੇਖ ਬੇਟੀ, ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਨਾ ਕਿ ਇਹਨਾਂ ਵੱਡੇ ਲੋਕਾਂ ਦੇ ਅੱਗੇ ਸਾਡੇ ਛੋਟੇ ਲੋਕਾਂ ਦੀ ਕੁਝ ਵੀ ਨਹੀਂ ਚੱਲਦੀ। ਆਖਿਰਕਾਰ ਰਾਜੇ ਨੇ ਮੇਰੇ ਤੋਂ ਮਤਲਬ ਪੁੱਛ ਹੀ ਲਿਆ। ਤਾਂ ਬੇਟੀ ਨੇ ਕਿਹਾ, ਤਾਂ ਫਿਰ ਇਸ ਵਿੱਚ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਹੈ। ਅਗਲੇ ਦਿਨ ਉਹ ਆਪਣੇ ਪਿਤਾ ਦੀ ਜਗ੍ਹਾ ਤੇ ਰਾਜੇ ਦੇ ਕੋਲ ਗਈ ਤੇ ਉਸਨੇ ਰਾਜੇ ਨੂੰ ਕਿਹਾ ਕਿ ਤੁਸੀਂ ਮੇਰੇ ਪਿਤਾ ਜੀ ਤੋਂ ਕੀ ਪੁੱਛਿਆ। ਤਾਂ ਰਾਜੇ ਨੇ ਕਿਹਾ ਕਿ ਮੈਂ ਤਾਂ ਸਿਰਫ ਇਹੀ ਪੁੱਛਿਆ ਕਿ ਇਸ ਹੱਥ ਦੇ ਤੇ ਇਸ ਹੱਥ ਲੈ ਦਾ ਮਤਲਬ ਕੀ ਹੈ। ਤਾਂ ਲੜਕੀ ਹੁਸ਼ਿਆਰ ਤਾਂ ਹੈਗੀ ਸੀ। ਉਸਨੇ ਰਾਜੇ ਨੂੰ ਕਿਹਾ ਕਿ ਤੁਹਾਨੂੰ ਇਸ ਦੇ ਲਈ ਕੁਝ ਤਿਆਗ ਕਰਨਾ ਪਵੇਗਾ, ਫਿਰ ਤੁਹਾਨੂੰ ਇਸ ਦਾ ਅਰਥ ਪਤਾ ਲੱਗ ਜਾਵੇਗਾ। ਕੀ ਕਰਨਾ ਹੋਵੇਗਾ? ਰਾਜੇ ਨੇ ਕਿਹਾ। ਲੜਕੀ ਨੇ ਕਿਹਾ ਕਿ ਤੁਹਾਨੂੰ 1 ਸਾਲ ਦੇ ਲਈ ਰਾਜ ਭਾਗ ਦਾ ਤਿਆਗ ਕਰਨਾ ਹੋਵੇਗਾ, ਤਾਂ ਹੀ ਫਿਰ ਤੁਹਾਨੂੰ ਮੇਰੇ ਪਿਤਾ ਦੀ ਕਹੀ ਗੱਲ ਦਾ ਮਤਲਬ ਪਤਾ ਲੱਗੇਗਾ। ਤੁਹਾਨੂੰ ਰਾਜ ਭਾਗ ਤਿਆਗਣ ਤੋਂ ਬਾਅਦ ਜਿੱਥੇ ਨਦੀ ਹੋਵੇਗੀ, ਜਿੱਥੇ ਪਰਬਤ ਹੋਣਗੇ, ਜਿੱਥੇ ਜੰਗਲ ਹੋਵੇਗਾ ਤੇ ਜਿੱਥੇ ਸੂਰਜ ਡੁੱਬੇਗਾ, ਬਸ ਉੱਥੇ ਹੀ ਰਾਤ ਗੁਜ਼ਾਰਨੀ ਪਵੇਗੀ। ਰਾਜਾ ਨੇ ਕਿਹਾ, ਠੀਕ ਹੈ, ਮੈਂ ਕਰਾਂਗਾ, ਮੈਂ ਰਾਜ ਭਾਗ ਛੱਡਣ ਵਾਸਤੇ ਤਿਆਰ ਹਾਂ। ਲੜਕੀ ਨੇ ਕਿਹਾ ਕਿ ਮੈਂ ਆਪਣੇ ਪਿਤਾ ਨੂੰ ਭੇਜਦੀ ਹਾਂ, ਉਹ ਮਹੂਰਤ ਕੱਢ ਦੇਣਗੇ। ਲੜਕੀ ਨੇ ਮਨ ਹੀ ਮਨ ਸੋਚਿਆ ਕਿ ਮੈਨੂੰ ਕੁਝ ਵੀ ਕਰਕੇ ਆਪਣੇ ਪਿਤਾ ਦਾ ਮਾਨ ਸਨਮਾਨ ਵਧਾਉਣਾ ਚਾਹੀਦਾ ਹੈ। ਗਰੀਬ ਪੰਡਤ ਉੱਥੇ ਆਇਆ, ਉਸਨੇ ਮਹੂਰਤ ਕੱਢਿਆ ਤੇ ਫਿਰ ਪੰਡਤ ਦੀ ਬੇਟੀ ਵੀ ਉੱਥੇ ਆ ਗਈ। ਉਸਨੇ ਪੰਡਤ ਨੂੰ ਕਿਹਾ ਕਿ ਤੁਸੀਂ ਜਲਦੀ ਨਾਲ ਘਰ ਚਲੇ ਜਾਓ, ਬਹੁਤ ਸਾਰੇ ਲੋਕ ਮਹੂਰਤ ਪੁੱਛਣ ਵਾਸਤੇ ਆਏ ਹੋਏ ਹਨ। ਤੁਸੀਂ ਜਾਓ, ਇੱਥੇ ਮੈਂ ਆਪੇ ਸੰਭਾਲ ਲਵਾਂਗੀ। ਰਾਜੇ ਦੇ ਸਵਾਲਾਂ ਦੇ ਜਵਾਬ ਮੈਂ ਆਪੇ ਦੇ ਦੇਵਾਂਗੀ। ਰਾਜੇ ਨੂੰ ਉਸਨੇ ਕਿਹਾ ਕਿ ਤੁਸੀਂ ਅੱਜ ਹੀ ਰਵਾਨਾ ਹੋ ਜਾਓ, ਮਹੂਰਤ ਵਧੀਆ ਹੈ। ਮੈਂ ਤੁਹਾਨੂੰ ਇੱਕ ਦਵਾਈ ਦੇਵਾਂਗੀ, ਉਸ ਨੂੰ ਤੁਸੀਂ ਆਪਣੇ ਨਾਲ ਲੈ ਜਾਇਓ। ਲੜਕੀ ਨੇ ਮਨ ਹੀ ਮਨ ਪਰਮਾਤਮਾ ਨੂੰ ਪ੍ਰਾਰਥਨਾ ਕੀਤੀ ਕਿ ਮੈਂ ਤਾਂ ਗਰੀਬ ਪੰਡਤ ਦੀ ਬੇਟੀ ਹਾਂ। ਜੇਕਰ ਹੇ ਪਰਮਾਤਮਾ, ਤੂੰ ਮੇਰੇ ਝੂਠ ਸੱਚ ਦੀ ਰੱਖਿਆ ਕਰਨੀ ਹੈ ਤਾਂ ਇਸ ਰਾਜੇ ਨੂੰ ਮੈਂ ਜੋ ਦਵਾਈ ਦਿੱਤੀ ਹੈ ਉਸ ਨੂੰ ਪ੍ਰਸ਼ਾਦ ਸਮਝ ਕੇ ਮੇਰਾ ਉਧਾਰ ਕਰ ਦੇਵੀਂ। ਰਾਜਾ ਆਪਣੇ ਨਾਲ ਥੋੜਾ ਬਹੁਤ ਧਨ ਲੈ ਕੇ ਰਵਾਨਾ ਹੋ ਗਿਆ। ਉਸਨੇ ਆਪਣੇ ਨਾਲ ਥੋੜਾ ਬਹੁਤ ਖਾਣਾ ਤੇ ਪਾਣੀ ਵੀ ਲਿਆ, ਜਿਸ ਦੇ ਨਾਲ 2-3 ਦਿਨ ਤਾਂ ਉਸਦੇ ਬਹੁਤ ਸੌਖੇ ਲੰਘ ਗਏ। ਪਰ ਚੌਥੇ ਦਿਨ ਉਸਦੇ ਕੋਲੋਂ ਖਾਣਾ ਤੇ ਪਾਣੀ ਦੋਵੇਂ ਹੀ ਖਤਮ ਹੋ ਗਏ ਤੇ ਰਾਜਾ ਉਧਰੋਂ ਚੱਲਦਾ ਚੱਲਦਾ ਸੰਘਣੇ ਜੰਗਲ ਵਿੱਚ ਪਹੁੰਚ ਗਿਆ। ਦਿਨ ਢਲ ਗਿਆ ਸੀ ਤੇ ਰਾਤ ਹੋ ਗਈ ਸੀ। ਰਾਜੇ ਦਾ ਭੁੱਖ ਪਿਆਸ ਦੇ ਮਾਰੇ ਬੁਰਾ ਹਾਲ ਹੋ ਗਿਆ। ਰਾਜੇ ਨੇ ਆਪਣੇ ਸਾਹਮਣੇ ਦੇਖਿਆ ਤਾਂ ਉਸਨੂੰ ਇੱਕ ਰੌਸ਼ਨੀ ਦਿਖਾਈ ਦਿੱਤੀ। ਉੱਥੇ ਇੱਕ ਝੌਂਪੜੀ ਸੀ ਜਿਸ ਵਿੱਚ ਗਰੀਬ ਪਤੀ ਪਤਨੀ ਰਹਿੰਦੇ ਸੀ। ਉਹ ਪਰਮਾਤਮਾ ਨੂੰ ਬਹੁਤ ਮੰਨਦੇ ਸੀ, ਪਰ ਉਹਨਾਂ ਦੀ ਜ਼ਿੰਦਗੀ ਕੁਝ ਜ਼ਿਆਦਾ ਵਧੀਆ ਨਹੀਂ ਸੀ। ਰਾਜਾ ਉੱਥੇ ਪਹੁੰਚਿਆ ਤਾਂ ਰਾਜੇ ਨੂੰ ਦੇਖ ਕੇ ਉਹ ਗਰੀਬ ਆਦਮੀ ਬਹੁਤ ਖੁਸ਼ ਹੋਇਆ। ਉਸਨੇ ਆਪਣੇ ਘਰ ਆਏ ਮਹਿਮਾਨ ਦਾ ਆਪਣੇ ਸਮਰਥ ਦੇ ਅਨੁਸਾਰ ਸਵਾਗਤ ਕੀਤਾ, ਪਰ ਉਸਦੀ ਪਤਨੀ ਉਸ ਨੂੰ ਦੇਖ ਕੇ ਖੁਸ਼ ਨਹੀਂ ਹੋਈ ਤੇ ਪਹਿਲਾਂ ਤਾਂ ਉਸਨੇ ਰਾਜੇ ਨੂੰ ਪਾਣੀ ਪਿਲਾਇਆ ਤਾਂ ਰਾਜੇ ਦੀ ਜਾਨ ਦੇ ਵਿੱਚ ਜਾਨ ਆਈ ਤੇ ਫਿਰ ਉਸਨੇ ਦੇਖਿਆ ਕਿ ਰਾਜਾ ਭੁੱਖਾ ਹੈ। ਤਾਂ ਫਿਰ ਉਸ ਗਰੀਬ ਆਦਮੀ ਨੇ ਆਪਣੀ ਪਤਨੀ ਨੂੰ ਕਿਹਾ ਕਿ ਅੱਜ ਸਾਡੇ ਘਰ ਮਹਿਮਾਨ ਆਇਆ ਹੈ ਤੇ ਮਹਿਮਾਨ ਪਰਮਾਤਮਾ ਦਾ ਰੂਪ ਹੁੰਦਾ ਹੈ। ਸਾਡੀ ਪੂਰੀ ਜ਼ਿੰਦਗੀ ਨਿਕਲ ਗਈ, ਅੱਜ ਪਹਿਲੀ ਵਾਰ ਸਾਡੇ ਘਰ ਮਹਿਮਾਨ ਆਇਆ ਹੈ। ਅਸੀਂ ਜੰਗਲ ਵਿੱਚੋਂ ਜੋ ਫਲ ਤੋੜ ਕੇ ਲੈ ਕੇ ਆਏ ਹਾਂ, ਉਸ ਵਿੱਚੋਂ ਥੋੜ੍ਹੇ ਜਿਹੇ ਤੂੰ ਲੈ ਲਈ, ਥੋੜ੍ਹੇ ਜਿਹੇ ਮੈਨੂੰ ਦੇ ਦੇਵੀਂ ਤੇ ਬਾਕੀ ਬੱਚੇ ਅਸੀਂ ਇਸ ਮਹਿਮਾਨ ਨੂੰ ਦੇ ਦੇਵਾਂਗੇ। ਇਸ ਵਿਚਾਰੇ ਦਾ ਭੁੱਖ ਦੇ ਨਾਲ ਬੁਰਾ ਹਾਲ ਹੈ, ਇਸ ਦੇ ਨਾਲ ਇਸ ਦੀ ਥੋੜ੍ਹੀ ਬਹੁਤ ਭੁੱਖ ਸ਼ਾਂਤ ਹੋ ਜਾਵੇਗੀ। ਪਰ ਗਰੀਬ ਆਦਮੀ ਦੀ ਪਤਨੀ ਨੇ ਕਿਹਾ ਕਿ ਮੈਂ ਤਾਂ ਦਿਨ ਭਰ ਕੰਮ ਕਰਦੀ ਹਾਂ ਤੇ ਕੰਮ ਕਰਦੀ ਕਰਦੀ ਥੱਕ ਜਾਂਦੀ ਹਾਂ। ਮੈਂ ਤਾਂ ਆਪਣਾ ਹਿੱਸਾ ਨਹੀਂ ਦੇਵਾਂਗੀ, ਜੇਕਰ ਤੂੰ ਆਪਣਾ ਹਿੱਸਾ ਦੇਣਾ ਚਾਹਵੇਂ ਤਾਂ ਦੇ ਦੇ।
ਇਹ ਸੁਣ ਕੇ ਗਰੀਬ ਆਦਮੀ ਨੇ ਆਪਣਾ ਪੂਰਾ ਹਿੱਸਾ ਰਾਜੇ ਨੂੰ ਦੇ ਦਿੱਤਾ ਤੇ ਔਰਤ ਨੇ ਆਪਣੇ ਹਿੱਸੇ ਦੇ ਫਲ ਖਾ ਲਏ। ਹੁਣ ਸੌਣ ਦਾ ਸਮਾਂ ਹੋ ਗਿਆ ਸੀ। ਝੌਂਪੜੀ ਵਿੱਚ ਸਿਰਫ 2 ਹੀ ਮੰਜੇ ਸੀ। ਗਰੀਬ ਆਦਮੀ ਨੇ ਔਰਤ ਨੂੰ ਕਿਹਾ ਕਿ ਤੂੰ ਆਪਣਾ ਮੰਜਾ ਮਹਿਮਾਨ ਨੂੰ ਦੇ ਦੇ, ਆਪਾਂ ਦੋਵੇਂ ਇੱਕ ਮੰਜੇ ਤੇ ਪੈ ਜਾਵਾਂਗੇ। ਤਾਂ ਔਰਤ ਬੋਲੀ, ਮੈਨੂੰ ਤਾਂ ਇਸ ਤਰ੍ਹਾਂ ਨੀਂਦ ਨਹੀਂ ਆਵੇਗੀ ਤੇ ਫਿਰ ਮੈਂ ਸਵੇਰੇ ਜੰਗਲ ਵਿੱਚੋਂ ਲੱਕੜਾਂ ਤੇ ਫਲ ਲੈਣ ਵਾਸਤੇ ਵੀ ਜਾਣਾ ਹੈ, ਤਾਂ ਕਿਤੇ ਜਾ ਕੇ ਸ਼ਾਮ ਨੂੰ ਖਾਣਾ ਮਿਲੇਗਾ। ਮੈਂ ਤਾਂ ਆਪਣਾ ਮੰਜਾ ਨਹੀਂ ਦੇਵਾਂਗੀ। ਜੇਕਰ ਤੂੰ ਆਪਣਾ ਮੰਜਾ ਦੇਣਾ ਚਾਹਵੇਂ ਤਾਂ ਇਸ ਆਦਮੀ ਨੂੰ ਦੇ ਦੇ। ਤੇ ਫਿਰ ਆਦਮੀ ਨੇ ਆਪਣਾ ਮੰਜਾ ਰਾਜੇ ਨੂੰ ਸੌਣ ਵਾਸਤੇ ਦੇ ਦਿੱਤਾ ਤੇ ਆਪ ਖੁਦ ਆਪਣੇ ਘੋੜੇ ਨੂੰ ਬੰਨ੍ਹ ਕੇ ਬਾਹਰ ਹੀ ਸੌਂ ਗਿਆ। ਫਿਰ ਅੱਧੀ ਰਾਤ ਨੂੰ ਉੱਥੇ ਇੱਕ ਸ਼ੇਰ ਆਇਆ। ਉਹ ਘੋੜੇ ਤੇ ਗਰੀਬ ਆਦਮੀ ਦੋਹਾਂ ਨੂੰ ਖਾ ਗਿਆ। ਔਰਤ ਇਹ ਦੁਰਘਟਨਾ ਦੇਖ ਕੇ ਰੋਣ ਲੱਗੀ। ਰਾਜਾ ਵੀ ਬਹੁਤ ਜ਼ਿਆਦਾ ਦੁਖੀ ਹੋਇਆ। ਔਰਤ ਨੇ ਰਾਜੇ ਦੇ ਪੈਰ ਫੜ ਲਏ ਤੇ ਬੋਲੀ ਕਿ ਮੇਰਾ ਕੀ ਬਣੇਗਾ, ਮੇਰਾ ਪਾਲਣ ਪੋਸ਼ਣ ਕੌਣ ਕਰੇਗਾ, ਮੇਰਾ ਰਖਵਾਲਾ ਤਾਂ ਮਰ ਗਿਆ। ਰਾਜੇ ਨੇ ਉਸ ਨੂੰ ਹੌਸਲਾ ਦਿੰਦੇ ਹੋਏ ਕਿਹਾ, ਦੇਖ ਭੈਣ, ਮੇਰੇ ਕੋਲ ਬਹੁਤ ਪੈਸਾ ਹੈ, ਮੈਂ ਤੈਨੂੰ ਸਾਰਾ ਧਨ ਦਿੰਦਾ ਹਾਂ। ਮੈਨੂੰ ਕੁਝ ਕੰਮ ਹੈ, ਮੈਂ ਅੱਗੇ ਜਾਣਾ ਹੈ। ਜਦੋਂ ਤੱਕ ਮੈਂ ਵਾਪਸ ਨਹੀਂ ਆਉਂਦਾ ਉਦੋਂ ਤੱਕ ਤੂੰ ਇਸ ਪੈਸੇ ਦੇ ਨਾਲ ਆਪਣਾ ਕੰਮ ਚਲਾ, ਤੇ ਜਦੋਂ ਮੈਂ ਵਾਪਸ ਆਵਾਂਗਾ ਤਾਂ ਤੈਨੂੰ ਮਹਿਲ ਨਾਲ ਲੈ ਜਾਵਾਂਗਾ। ਤੂੰ ਮੇਰੀ ਭੈਣ ਹੈ, ਤੇਰੀ ਰੱਖਿਆ ਕਰਨਾ ਮੇਰਾ ਫਰਜ਼ ਹੈ। ਐਸਾ ਕਹਿ ਕੇ ਰਾਜਾ ਉੱਥੋਂ ਅੱਗੇ ਚਲਾ ਗਿਆ। ਤੇ ਫਿਰ ਅੱਧੀ ਰਾਤ ਹੁੰਦੇ ਹੀ ਸ਼ੇਰ ਉਸ ਝੌਂਪੜੀ ਦੇ ਵਿੱਚ ਫਿਰ ਆਇਆ ਤੇ ਉਸ ਔਰਤ ਨੂੰ ਖਾ ਗਿਆ। ਉਧਰ ਰਾਜਾ ਚਲਦੇ ਚਲਦੇ ਇੱਕ ਪਿੰਡ ਵਿੱਚ ਪਹੁੰਚ ਗਿਆ। ਉੱਥੋਂ ਦੇ ਰਾਜੇ ਦੇ ਘਰ ਉਹ ਭੇਸ ਬਦਲ ਕੇ ਇੱਕ ਸਾਧੂ ਦੇ ਰੂਪ ਵਿੱਚ ਰਹਿਣ ਲੱਗਾ। ਪਿੰਡ ਵਿੱਚ ਇਹ ਖਬਰ ਫੈਲ ਗਈ ਕਿ ਮਹਿਲ ਵਿੱਚ ਇੱਕ ਸਾਧੂ ਆਇਆ ਹੈ। ਰਾਜਾ ਮਹਿਲ ਵਿੱਚ ਸਾਧੂ ਦੇ ਰੂਪ ਵਿੱਚ ਵਧੀਆ ਐਸ਼ੋ-ਆਰਾਮ ਦੇ ਨਾਲ ਰਹਿਣ ਲੱਗਾ। ਇੱਕ ਦਿਨ ਜਦੋਂ ਉਹ ਰੋਟੀ ਖਾਣ ਦੇ ਲਈ ਬੈਠਾ ਤਾਂ ਉਸਨੇ ਉੱਥੋਂ ਦੇ ਰਾਜੇ ਨੂੰ ਪੁੱਛਿਆ, ਕਿਉਂ ਰਾਜਾ ਜੀ, ਮਹਿਲ ਵਿੱਚ ਕੋਈ ਬੱਚਾ ਨਹੀਂ ਹੈ? ਤਾਂ ਉਸ ਰਾਜੇ ਨੇ ਕਿਹਾ, ਹਾਂ ਮਹਾਰਾਜ, ਸਾਡੇ ਕੋਈ ਵੀ ਔਲਾਦ ਨਹੀਂ ਹੈ। ਰਾਜੇ ਨੂੰ ਉਸ ਲੜਕੀ ਦੀ ਦਿੱਤੀ ਹੋਈ ਦਵਾਈ ਦਾ ਚੇਤਾ ਆਇਆ ਤਾਂ ਸਾਧੂ ਨੇ ਕਿਹਾ ਕਿ ਮਹਾਰਾਜ, ਮੈਂ ਤੁਹਾਨੂੰ ਇੱਕ ਦਵਾਈ ਦਿੰਦਾ ਹਾਂ, ਉਸ ਨੂੰ ਖਾਣ ਦੇ ਨਾਲ ਤੇਰੇ ਘਰ ਬੇਟਾ ਹੋ ਜਾਵੇਗਾ। ਸਾਧੂ ਦੀ ਗੱਲ ਸੁਣ ਕੇ ਰਾਜਾ ਬਹੁਤ ਖੁਸ਼ ਹੋਇਆ। ਸਾਧੂ ਨੇ ਕਿਹਾ, ਪਰ ਮੇਰੀ ਇੱਕ ਸ਼ਰਤ ਹੈ, ਜਦੋਂ ਤੱਕ ਤੇਰੇ ਘਰ ਬੇਟਾ ਨਹੀਂ ਹੁੰਦਾ ਉਦੋਂ ਤੱਕ ਮੈਂ ਇੱਥੇ ਹੀ ਰਵਾਂਗਾ। ਤਾਂ ਰਾਜੇ ਨੇ ਉਸ ਦੀ ਗੱਲ ਸੁਣ ਕੇ ਕਿਹਾ ਕਿ ਇਸ ਤੋਂ ਜ਼ਿਆਦਾ ਵਧੀਆ ਗੱਲ ਕੀ ਹੋ ਸਕਦੀ ਹੈ, ਤੁਹਾਡੀ ਸੇਵਾ ਕਰਨ ਦਾ ਮੌਕਾ ਵੀ ਮਿਲ ਜਾਵੇਗਾ। ਤੇ ਫਿਰ ਪਿੰਡ ਦੇ ਰਾਜੇ ਦੇ ਘਰ ਪੂਰੇ 9 ਮਹੀਨਿਆਂ ਬਾਅਦ ਇੱਕ ਸੁੰਦਰ ਬੇਟੇ ਨੇ ਜਨਮ ਲਿਆ। ਪਰ ਉਹ ਜੰਮਦੇ ਹੀ ਰੋਣ ਦੀ ਬਜਾਏ ਜ਼ੋਰ-ਜ਼ੋਰ ਨਾਲ ਹੱਸਣ ਲੱਗਾ। ਬੱਚਾ ਹੱਸਣ ਲੱਗਾ ਤਾਂ ਪੂਰਾ ਮਹਿਲ ਉਸ ਦੇ ਹਾਸੇ ਦੇ ਨਾਲ ਗੂੰਜ ਉੱਠਿਆ। ਰਾਣੀ ਡਰ ਗਈ। ਉਹ ਆਪਣੇ ਬੇਟੇ ਦਾ ਹਾਸਾ ਦੇਖ ਕੇ ਕਮਰੇ ਵਿੱਚੋਂ ਬਾਹਰ ਨਿਕਲੀ ਤੇ ਰਾਜੇ ਨੂੰ ਕਹਿਣ ਲੱਗੀ ਕਿ ਤੁਸੀਂ ਜਲਦੀ-ਜਲਦੀ ਸਾਧੂ ਨੂੰ ਬੁਲਾ ਲਿਆਓ। ਇਹ ਲੜਕਾ ਹੈ ਜਾਂ ਤੂਫਾਨ ਹੈ, ਹੱਸੀ ਜਾਂਦਾ ਹੈ ਤੇ ਕਹੀ ਜਾਂਦਾ ਹੈ ਕਿ ਸਾਧੂ ਆਇਆ, ਸਾਧੂ ਆਇਆ। ਪਤਾ ਨਹੀਂ ਐਸੀ ਕੀ ਗੱਲ ਹੈ। ਤਾਂ ਫਿਰ ਸਾਧੂ ਨੂੰ ਬੁਲਾਇਆ ਗਿਆ। ਸਾਧੂ ਬੱਚੇ ਨੂੰ ਦੇਖਣ ਵਾਸਤੇ ਕਮਰੇ ਵਿੱਚ ਗਿਆ। ਸਾਧੂ ਨੂੰ ਦੇਖ ਕੇ ਉਹ ਲੜਕਾ ਬੋਲਿਆ, ਮਹਾਰਾਜ, ਤੁਸੀਂ ਮੈਨੂੰ ਪਹਿਚਾਣਿਆ? ਤਾਂ ਸਾਧੂ ਨੇ ਕਿਹਾ, ਨਹੀਂ, ਮੈਂ ਤੈਨੂੰ ਨਹੀਂ ਪਹਿਚਾਣਿਆ। ਤਾਂ ਪਹਿਚਾਣ ਲਵੋ, ਮੈਂ ਉਸੇ ਗਰੀਬ ਔਰਤ ਦਾ ਪਤੀ ਹਾਂ ਜਿਸ ਨੇ ਪਿਛਲੇ ਜਨਮ ਵਿੱਚ ਤੁਹਾਨੂੰ ਖਾਣ ਦੇ ਲਈ ਆਪਣੇ ਹਿੱਸੇ ਦੇ ਫਲ ਦਿੱਤੇ ਸੀ, ਜਿਸ ਦੇ ਨਾਲ ਤੁਹਾਡੀ ਭੁੱਖ ਸ਼ਾਂਤ ਹੋ ਗਈ ਸੀ ਤੇ ਤੁਹਾਡੀ ਜਾਨ ਬਚ ਗਈ ਸੀ। ਮੇਰੇ ਉਸੇ ਕਰਮ ਦਾ ਹੀ ਫਲ ਹੈ ਕਿ ਮੈਂ ਰਾਜੇ ਦੇ ਘਰ ਜਨਮ ਲਿਆ ਹੈ। ਇੱਥੇ ਮੈਨੂੰ ਖਾਣ ਪੀਣ, ਧਨ ਦੌਲਤ, ਐਸ਼ੋ-ਆਰਾਮ ਦੀ ਸਾਰੀ ਜ਼ਿੰਦਗੀ ਕਮੀ ਨਹੀਂ ਹੋਵੇਗੀ। ਮਹਾਰਾਜ, ਇਹੀ ਮਤਲਬ ਹੈ ਇਸ ਹੱਥ ਦੇ ਤੇ ਸੱਤ ਲੈ ਦਾ। ਦੇਖੋ ਮਹਾਰਾਜ, ਮੈਂ ਤੁਹਾਨੂੰ ਸੌਣ ਦੇ ਲਈ ਮੰਜਾ ਦਿੱਤਾ ਸੀ ਤੇ ਆਪ ਮੈਂ ਖੁਦ ਵਾੜੇ ਵਿੱਚ ਸੁੱਤਾ ਸੀ। ਉਸ ਦੇ ਫਲਸਰੂਪ ਮੈਨੂੰ ਅੱਜ ਮਖਮਲੀ ਪਲੰਘ ਮਿਲਿਆ ਹੈ। ਸਾਧੂ ਬੱਚੇ ਦਾ ਜਵਾਬ ਸੁਣ ਕੇ ਬਹੁਤ ਪ੍ਰਸੰਨ ਹੋਇਆ। ਜਿਸ ਦਿਨ ਰਾਣੀ ਨੂੰ ਸਾਧੂ ਨੇ ਦਵਾਈ ਦਿੱਤੀ ਸੀ ਤਾਂ ਉਸ ਦਿਨ ਝਾੜੂ ਲਾਉਣ ਵਾਲੀ ਨੌਕਰਾਣੀ ਨੇ ਸਭ ਸੁਣ ਲਿਆ ਸੀ। ਉਸਨੇ ਇੱਕ ਦਿਨ ਰਾਣੀ ਨੂੰ ਕਿਹਾ ਕਿ ਮਹਾਰਾਣੀ, ਤੁਹਾਡੇ ਜੋ ਸਾਧੂ ਮਹਾਰਾਜ ਆਏ ਹੋਏ ਹਨ, ਜੋ ਬੱਚੇ ਹੋਣ ਦੀ ਦਵਾਈ ਦਿੰਦੇ ਹਨ, ਤੁਸੀਂ ਮੈਨੂੰ ਵੀ ਉਹਨਾਂ ਦੇ ਕੋਲੋਂ ਦਵਾਈ ਦਵਾ ਦਿਓ। ਤਾਂ ਰਾਣੀ ਦੇ ਕਹਿਣ ਤੇ ਸਾਧੂ ਨੇ ਨੌਕਰਾਣੀ ਨੂੰ ਵੀ ਦਵਾਈ ਦੇ ਦਿੱਤੀ। 9 ਮਹੀਨੇ ਬਾਅਦ ਨੌਕਰਾਣੀ ਦੇ ਘਰ ਇੱਕ ਬੇਟੀ ਪੈਦਾ ਹੋਈ। ਨੌਕਰਾਣੀ ਭੱਜਦੀ ਸਾਧੂ ਦੇ ਕੋਲ ਆਈ ਤੇ ਬੋਲੀ ਕਿ ਮਹਾਰਾਜ, ਮੇਰੇ ਬੇਟੀ ਪੈਦਾ ਹੋਈ ਹੈ, ਪਰ ਉਹ ਬਹੁਤ ਜ਼ਿਆਦਾ ਰੋ ਰਹੀ ਹੈ, ਉਸ ਦਾ ਰੋਣਾ ਬੰਦ ਨਹੀਂ ਹੋ ਰਿਹਾ। ਸਾਧੂ ਨੌਕਰਾਣੀ ਦੇ ਘਰ ਗਿਆ। ਸਾਧੂ ਨੂੰ ਦੇਖ ਕੇ ਨੌਕਰਾਣੀ ਦੀ ਲੜਕੀ ਬੋਲੀ ਕਿ ਤੁਸੀਂ ਮੈਨੂੰ ਪਹਿਚਾਣਿਆ ਮਹਾਰਾਜ? ਤਾਂ ਸਾਧੂ ਨੇ ਕਿਹਾ ਕਿ ਨਹੀਂ, ਮੈਂ ਤੈਨੂੰ ਨਹੀਂ ਪਹਿਚਾਣਿਆ। ਤਾਂ ਲੜਕੀ ਬੋਲੀ ਕਿ ਮੈਂ ਉਸੇ ਗਰੀਬ ਆਦਮੀ ਦੀ ਪਤਨੀ ਹਾਂ ਜਿਸ ਨੇ ਤੁਹਾਨੂੰ ਭੁੱਖ ਪਿਆਸ ਦੇ ਨਾਲ ਤੜਪਦਾ ਹੋਇਆ ਦੇਖ ਕੇ ਵੀ ਤਰਸ ਨਹੀਂ ਖਾਧਾ ਸੀ ਤੇ ਤੁਹਾਨੂੰ ਆਪਣੇ ਹਿੱਸੇ ਵਿੱਚੋਂ ਖਾਣ ਦੇ ਲਈ ਨਹੀਂ ਦਿੱਤਾ ਸੀ ਤੇ ਨਾ ਹੀ ਸੌਣ ਦੇ ਲਈ ਮੰਜਾ ਦਿੱਤਾ ਸੀ। ਮੇਰੇ ਉਸੇ ਕਰਮ ਦਾ ਹੀ ਫਲ ਹੈ ਕਿ ਮੈਂ ਨੌਕਰਾਣੀ ਦੇ ਘਰ ਪੈਦਾ ਹੋਈ ਹਾਂ। ਤਾਂ ਸਾਧੂ ਨੇ ਲੜਕੀ ਦੀ ਗੱਲ ਸੁਣ ਕੇ ਕਿਹਾ ਕਿ ਜੈਸੀ ਕਰਨੀ ਵੈਸੀ ਪਾਰ ਉਤਰਨੀ। ਇਸ ਤਰ੍ਹਾਂ ਕਹਿ ਕੇ ਸਾਧੂ ਨੇ ਪਿੰਡ ਦੇ ਰਾਜੇ ਤੋਂ ਆਗਿਆ ਲਈ ਤੇ ਆਪਣੇ ਮਹਿਲ ਵਿੱਚ ਵਾਪਸ ਆ ਗਿਆ। ਮਹਿਲ ਵਿੱਚ ਪਹੁੰਚ ਕੇ ਉਸਨੇ ਇਨਾਮ ਦੇ ਰੂਪ ਵਿੱਚ ਗਰੀਬ ਪੰਡਤ ਨੂੰ ਬਹੁਤ ਸਾਰਾ ਧਨ ਦਿੱਤਾ ਤੇ ਆਪਣੇ ਮਹਿਲ ਦੇ ਪੁਰੋਹਿਤਾਂ ਵਿੱਚ ਸ਼ਾਮਲ ਕਰ ਲਿਆ। ਤੇ ਉਸਨੇ ਪੰਡਤ ਦੀ ਬੇਟੀ ਨੂੰ ਕਿਹਾ ਕਿ ਅਸੀਂ ਤੇਰੀ ਬੁੱਧੀਮਾਨੀ ਤੋਂ ਬਹੁਤ ਪ੍ਰਸੰਨ ਹਾਂ, ਤੂੰ ਮੰਗ ਕੀ ਮੰਗਦੀ ਹੈ, ਅਸੀਂ ਤੈਨੂੰ ਉਹੀ ਦੇਵਾਂਗੇ। ਤੇ ਫਿਰ ਲੜਕੀ ਨੇ ਰਾਜੇ ਨੂੰ ਕਿਹਾ ਕਿ ਮਹਾਰਾਜ, ਤੁਸੀਂ ਸਾਡੇ ਪਰਿਵਾਰ ਲਈ ਜੋ ਕੀਤਾ ਸਾਡੇ ਲਈ ਉਹੀ ਬਹੁਤ ਹੈ। ਤੇ ਫਿਰ ਪੰਡਤ ਦੀ ਬੇਟੀ ਨੇ ਬਹੁਤ ਹੀ ਥੋੜੇ ਸਮੇਂ ਵਿੱਚ ਆਪਣੀ ਬੁੱਧੀ ਦੇ ਦਮ ਤੇ ਉਹ ਸਭ ਹਾਸਲ ਕਰ ਲਿਆ ਜੋ ਵੱਡੇ ਵੱਡੇ ਹਾਸਲ ਨਹੀਂ ਕਰ ਪਾਉਂਦੇ। ਇਸ ਲਈ ਦੋਸਤੋ, ਇਹ ਕਦੇ ਨਾ ਭੁੱਲੋ, ਪਰਮਾਤਮਾ ਹਰੇਕ ਜਗ੍ਹਾ ਹੈ ਤੇ ਉਸ ਦੀ ਸਾਡੀ ਹਰ ਕਿਰਿਆ ਉੱਤੇ ਨਜ਼ਰ ਹੈ। ਜ਼ਿੰਦਗੀ ਵਿੱਚ ਹਮੇਸ਼ਾ ਚੰਗੇ ਕਰਮ ਕਰੋ, ਕਿਉਂਕਿ ਇਹ ਕਰਮ ਇਨਸਾਨ ਦਾ ਜਨਮਾਂ ਜਨਮਾਂ ਤੱਕ ਪਿੱਛਾ ਕਰਦੇ ਹਨ। ਤੇ ਜੇ ਹੋ ਸਕੇ ਤਾਂ ਗਰੀਬਾਂ ਮਜ਼ਲੂਮਾਂ ਦੀ ਹਮੇਸ਼ਾ ਮਦਦ ਕਰਦੇ ਰਹੋ। ਹਮੇਸ਼ਾ ਪਰਮਾਤਮਾ ਦੀ ਰਜ਼ਾ ਵਿੱਚ ਚੱਲੋ, ਹਮੇਸ਼ਾ ਸੇਵਾ ਸਿਮਰਨ ਕਰੋ ਤੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਓ। सो दोस्तों, इसी जन्म में ये 2 काम करो,
एक नाम जपो दूजा प्रेम करो, किसी जीव का दिल ना दुखाना कभी, मौत याद रखो मालिक से डरो। सो दोस्तों ਇੱਥੇ ਇਹ ਕਹਾਣੀ ਖਤਮ ਹੁੰਦੀ ਹੈ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।